ਫਿਲੌਰ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਮੋਨੋ ਸੰਧੀ। ਖਾਸ ਮੁਲਾਕਾਤ ਦਾ ਸ਼ੋਅ ਲੈ ਕੇ ਅੱਜ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਏ ਆ। ਸਾਡੇ ਨਾਲ ਇਸ ਵੇਲੇ ਮਸ਼ਹੂਰ ਕਵੀ ਜਿਨ੍ਹਾਂ ਨੂੰ ਪੰਜਾਬ ਦੀਆਂ ਵੱਖ-ਵੱਖ ਸਟੇਜਾਂ ਤੇ ਤੁਸੀਂ ਦੇਖਿਆ ਹੋਵੇਗਾ ਤੇ ਸੁਣਿਆ ਹੋਵੇਗਾ, ਜੋ ਕਿ ਕਾਫੀ ਲੰਬੇ ਸਮੇਂ ਤੋਂ ਮਿਸ਼ਨ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਨੂੰ ਕਈ ਜਿਹੜੇ ਮੈਡਲ ਆ ਉਹ ਵੀ ਮਿਲ ਚੁੱਕੇ ਨੇ। ਸਾਡੇ ਨਾਲ ਇਸ ਵੇਲੇ ਮਸ਼ਹੂਰ ਕਵੀ ਜਿਨ੍ਹਾਂ ਵੱਲੋਂ ਕਵਿਤਾ ਵੀ ਲਿਖੀਆਂ ਗਈਆਂ, ਗਾਣੇ ਵੀ ਲਿਖੇ ਗਏ ਆ ਤੇ ਲੋਕਾਂ ਨੂੰ ਸੇਧ ਦੇਣ ਵਾਲੇ ਬਹੁਤ ਸੋਹਣੇ ਵਿਚਾਰ ਲਿਖੇ ਜਾਂਦੇ ਆ। ਤੁਸੀਂ ਅਕਸਰ ਸੁਣਦੇ ਰਹਿੰਦੇ ਆ। ਸਾਡੇ ਨਾਲ ਫਿਲੌਰ ਦੇ ਮਸ਼ਹੂਰ ਕਵੀ ਰਵੀ ਸ਼ਰਨ ਫਲੋਰੀਆ ਜੀ ਸਾਡੇ ਨਾਲ ਮੌਜੂਦ ਆ। ਉਹਨਾਂ ਨਾਲ ਅੱਜ ਗੱਲਾਂ ਬਾਤਾਂ ਕਰਾਂਗੇ ਤੇ ਤੁਹਾਨੂੰ ਉਹਨਾਂ ਦੀਆਂ ਲਿਖੀਆਂ ਕਵਿਤਾ ਜਿਹੜੀਆਂ ਉਹ ਸੁਣਾਵਾਂਗੇ। ਤੇ ਤੁਹਾਨੂੰ ਇੱਥੇ ਹੀ ਮੈਂ ਦੱਸ ਦਿੰਦਾ, ਇਹਨਾਂ ਵੱਲੋਂ ਇੱਕ ਕਿਤਾਬ ਵੀ ਲਿਖੀ ਗਈ ਆ ਕੌਮ ਦੇ ਰਹਿਬਰ, ਜਿਹੜੀ ਕਿ ਅੱਜ ਕੱਲ੍ਹ ਇੰਨੀ ਕੁ ਪਪੂਲਰ ਹੋ ਚੁੱਕੀ ਹੈ, ਜਿਸ ਦੇ ਵਿੱਚ ਆਪਣੀ ਕੌਮ ਦੇ ਬਾਰੇ ਸਭ ਕੁਝ ਦੱਸਿਆ ਗਿਆ। ਸਾਡੇ ਨਾਲ ਇਸ ਵੇਲੇ ਰਵੀ ਸ਼ਰਨ ਜੀ ਮੌਜੂਦ ਹੈ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰਵੀ ਜੀ। ਹਾਂਜੀ, ਸਤਿ ਸ੍ਰੀ ਅਕਾਲ, ਜੈ ਭੀਮ ਜੀ। ਤੁਹਾਡਾ ਪਹਿਲਾਂ ਤਾਂ ਫਿਲੌਰ ਲਾਈਵ ਤੇ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਫਿਲੌਰ ਲਾਈਵ ਦੇ ਉੱਤੇ ਮੈਨੂੰ ਬੁਲਾਉਣ ਲਈ, ਇੰਨਾ ਮਾਣ ਦੇਣ ਲਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਅੱਛਾ ਰਵੀ ਭਾਜੀ, ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਸਾਨੂੰ ਜਿਹੜਾ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ ਵੀ ਕੀ ਆ, ਆਪਣਾ ਦੱਸੋ ਵੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ, ਕਿੱਦਾਂ ਤੁਹਾਨੂੰ ਜਿਹੜਾ ਇਹ ਲਿਖਣ ਦਾ ਸ਼ੌਂਕ ਜਾਗਿਆ ਇਹ? ਸੰਧੂ ਸਾਹਿਬ, ਮੈਂ ਫਿਲੌਰ ਰਵਿਦਾਸਪੁਰਾ ਮੁਹੱਲਾ ਦਾ ਜੰਮ ਪਲਿਆ। ਮੇਰੇ ਪਿਤਾ ਸ਼੍ਰੀਮਾਨ ਸਵਰਗੀ ਅਰਜਨ ਦਾਸ ਜੀ, ਮਾਤਾ ਰਾਮ ਪਿਆਰੀ ਜੀ, ਉਹਨਾਂ ਦੇ ਗ੍ਰਹਿ ਵਿਖੇ ਮੈਂ ਜਨਮ ਲਿਆ ਜੀ। ਅਤੇ ਮੈਨੂੰ ਜਿੱਦਾਂ ਬਾਬਾ ਸਾਹਿਬ ਅੰਬੇਡਕਰ ਨੂੰ ਮੈਂ ਆਪਣਾ ਅਨੁਯਾਈ ਸਮਝਦਾ ਬਹੁਤ ਜ਼ਿਆਦਾ, ਔਰ ਗੁਰੂ ਰਵਿਦਾਸ ਜੀ, ਤਥਾਗਤ ਗੌਤਮ ਬੁੱਧ, ਇਹਨਾਂ ਦੇ ਵਿਚਾਰਾਂ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ। ਅਤੇ ਇਹਨਾਂ ਨੂੰ ਪੜ੍ਹਦਿਆਂ, ਇਹਨਾਂ ਦੀਆਂ ਬੁੱਕਸ ਪੜ੍ਹਦਿਆਂ ਹੋਇਆ, ਔਰ ਸਾਡੀ ਕੌਮ ਦੇ ਮਹਾਨ ਗੀਤਕਾਰ ਰਤੂ ਰੰਧਾਵਾ ਜੀ ਅਤੇ ਸੋਹਣ ਸਹਿਜਲ ਜੀ, ਇੱਦਾਂ ਦੇ ਸ਼ਾਇਰਾਂ ਦੀਆਂ ਕਲਮਬੰਦ ਕੀਤੀਆਂ ਰਚਨਾਵਾਂ ਸੁਣਦੇ ਪੜ੍ਹਦੇ ਮੈਨੂੰ ਵੀ ਚੇਟਕ ਲੱਗ ਗਈ ਲਿਖਣ ਦੀ। ਅੱਛਾ ਜੀ। ਅੱਛਾ ਰਵੀ ਜੀ, ਜਿੱਦਾਂ ਹੁਣ ਤੁਹਾਨੂੰ ਵੀ ਪਤਾ ਵੀ ਸਤਿਗੁਰੂ ਰਵਿਦਾਸ ਮਹਾਰਾਜ ਜਗਤ ਗੁਰੂ, ਜਿਨ੍ਹਾਂ ਨੂੰ ਜਗਤ ਗੁਰੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਪੂਰੀ ਦੁਨੀਆ ਦੇ ਵਿੱਚ ਹੈ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੀ ਦਿਨ ਰਹਿ ਗਏ ਆ, ਉਹਨਾਂ ਦਾ ਜਿਹੜਾ ਗੁਰਪੁਰਬ ਵੀ ਆ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਤੁਸੀਂ ਉਹਨਾਂ ਤੇ ਵੀ ਕਈ ਕਿਤਾਬਾਂ ਲਿਖੀਆਂ ਤੇ ਰਚਨਾ ਲਿਖੀ ਆ। ਅਸੀਂ ਚਾਹੁੰਦੇ ਆ ਵੀ ਆਪਣਾ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕਿਉਂ ਨਾ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਦੇਸ਼ ਤੋਂ ਹੀ ਕੁਝ ਸ਼ੁਰੂ ਕਰੀਏ ਜੀ। ਤੇ ਸਾਡੇ ਦਰਸ਼ਕਾਂ ਨੂੰ ਇਹ ਜਿਹੜਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੇ ਕੁਝ ਲਿਖਿਆ ਤਾਂ ਜ਼ਰੂਰ ਸੁਣਾਓ ਜੀ। ਬਹੁਤ ਕੁਝ ਲਿਖਿਆ ਜੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਉੱਤੇ, ਕਿਉਂਕਿ ਸਾਡੀ ਕੌਮ ਦੇ ਸਾਡੇ ਗੁਰੂ ਆ, ਔਰ ਮਾਣ ਹੁੰਦਾ ਉਹਨਾਂ ਦੇ ਉੱਤੇ। ਉਹਨਾਂ ਨੇ ਇੰਨੇ ਕੌਮ ਲਈ ਕਾਰਜ ਕੀਤੇ ਆ, ਤਾਂ ਕਿਉਂ ਨਾ ਮਹਾਂਪੁਰਸ਼ਾਂ ਦਾ ਜਨਮ ਇੰਨਾ ਮਨਾਇਆ ਜਾਵੇ ਇੰਨੀ ਸ਼ਰਧਾ ਦੇ ਨਾਲ। ਸੋ ਸਤਿਗੁਰ ਦਾ ਇੱਕ ਛੋਟਾ ਜਿਹਾ ਮੇਰਾ ਸੰਦੇਸ਼ ਹੈ ਕਿ ਸਾਨੂੰ ਜਗਤ ਗੁਰੂ ਰਵਿਦਾਸ ਕਹਿੰਦੇ, ਤੁਸੀਂ ਆਪਸ ਵਿੱਚ ਇਤਫਾਕ ਰੱਖੋ। ਸਾਨੂੰ ਜਗਤ ਗੁਰੂ ਰਵਿਦਾਸ ਕਹਿੰਦੇ, ਤੁਸੀਂ ਆਪਸ ਵਿੱਚ ਇਤਫਾਕ ਰੱਖੋ। ਆਪਣੀ ਤਾਕਤ ਨਾਲ ਵਧੋ ਅੱਗੇ, ਐਵੇਂ ਨਾ ਓਪਰੀ ਝਾਕ ਰੱਖੋ। ਆਪਣੀ ਤਾਕਤ ਨਾਲ ਵਧੋ ਅੱਗੇ, ਐਵੇਂ ਨਾ ਓਪਰੀ ਝਾਕ ਰੱਖੋ। ਸੁੱਖ ਦੁੱਖ ਵਿੱਚ ਸਾਂਝੀ ਵਾਲ ਬਣੋ, ਸੁੱਖ ਦੁੱਖ ਵਿੱਚ ਸਾਂਝੀ ਵਾਲ ਬਣੋ। ਨਾ ਮਤਲਬ ਖੋਰੇ ਸਾਕ ਰੱਖੋ। ਗੰਗਾ ਵੀ ਵਸੂ ਕਠੌਤੀ ਵਿੱਚ, ਮਨ ਸਦਾ ਪਵਿੱਤਰ ਪਾਕ ਰੱਖੋ। ਵੈਰੀ ਵੀ ਮਿੱਤਰ ਬਣ ਜਾਂਦਾ, ਜੀਭਾ ਤੇ ਮਿੱਠਰੇ ਵਾਕ ਰੱਖੋ। ਜੇਕਰ ਦੁੱਖਾਂ ਤੋਂ ਮੁਕਤ ਹੋਣਾ, ਦਿਲ ਰਵੀ ਫਲੋਰੀਆ ਸਾਫ਼ ਰੱਖੋ। ਦਿਲ ਰਵੀ ਫਲੋਰੀਆ ਸਾਫ਼ ਰੱਖੋ। ਜਿੱਦਾਂ ਤੁਸੀਂ ਸੁਣਿਆ ਰਵਿਦਾਸ ਮਹਾਰਾਜ ਜੀ ਦੇ ਆਪਾਂ ਸ਼ਬਦਾਂ ਤੋਂ ਆ ਜਿਹੜਾ ਅੱਜ ਦਾ ਪ੍ਰੋਗਰਾਮ ਸ਼ੁਰੂ ਕੀਤਾ। ਤੇ ਹੁਣ ਰਵੀ ਜੀ ਜੇ ਗੱਲ ਕਰੀਏ ਗੁਰਪੁਰਬ ਦੇ ਨਾਲ ਨਾਲ ਜਿਹੜਾ ਇਸ ਵਾਰ ਚੋਣਾਂ ਦਾ ਵੀ ਬਿਗਲ ਵੱਜਾ ਹੋਇਆ ਜੀ। ਚੋਣਾਂ ਦੀ ਗੱਲ ਕਰੀਏ, ਕਿਤੇ ਨਾ ਕਿਤੇ ਆ ਜਿਹੜਾ ਚੋਣਾਂ ਦੇ ਵਿੱਚ ਵੀ ਲੋਕਾਂ ਦਾ ਜਿਹੜਾ ਰੁਝਾਨ ਆ ਇਸ ਵੇਲੇ ਗੁਰਪੁਰਬ ਦੇ ਨਾਲ ਨਾਲ ਚੋਣਾਂ ਵੱਲ ਨੂੰ ਵੀ ਆ ਜੀ। ਤੇ ਅੱਜ ਜਿਹੜਾ ਚੋਣ ਮੈਦਾਨ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਦਿੱਗਜ ਉਤਰੇ ਹੋਏ ਆ ਜੀ। ਤੇ ਇਹਦੇ ਵਿੱਚ ਫੇਰ ਬਦਲ ਵੀ ਬਹੁਤ ਹੋਏ ਆ ਜੀ ਜੀ। ਕਈਆਂ ਦੇ ਗੱਠ ਜੋੜ ਵੀ ਹੋਏ ਆ। ਉਸ ਨੂੰ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਆ? ਤੁਹਾਡੇ ਵੱਲੋਂ ਪਹਿਲਾਂ ਵੀ ਮਿਸ਼ਨ ਦੇ ਨਾਂ ਤੇ ਆ ਜਿਹੜੀਆਂ ਕਵਿਤਾ ਲਿਖੀਆਂ ਗਈਆਂ, ਮਿਸ਼ਨ ਨੂੰ ਜਿੱਦਾਂ ਕਈ ਬੰਦੇ ਛੱਡ ਜਾਂਦੇ ਆ ਜੀ, ਉਸ ਦੇ ਉੱਤੇ ਕੀ ਲਿਖਿਆ, ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਮਿਸ਼ਨ ਦੇਖੋ ਜੀ, ਬੜੀ ਸਾਹਿਬ ਕਾਂਸ਼ੀ ਰਾਮ ਜੀ ਨੇ ਘਾਲਣਾ ਘਾਲੀ ਆ। ਬਹੁਤ ਦੁੱਖ ਤਕਲੀਫਾਂ ਸਹਿ ਕੇ ਅੰਬੇਡਕਰ ਸਾਹਿਬ ਨੇ ਸਾਨੂੰ ਇੰਨੇ ਕੁ ਜੋਗੇ ਕਰ ਦਿੱਤਾ ਕਿ ਅੱਜ ਅਸੀਂ ਬਹੁਤ ਇੱਦਾਂ ਦੇ ਗਰੁੱਪ ਸਾਡੇ ਵੱਲ ਨੂੰ ਝਾਕ ਰਹੇ ਆ।
ਜਿਨ੍ਹਾਂ ਨੂੰ ਸਾਡੀ ਜ਼ਰੂਰਤ ਮਹਿਸੂਸ ਹੁੰਦੀ ਆ। ਪਰ ਸਾਨੂੰ ਜਿਹੜੇ ਰਹਿਬਰਾਂ ਦਾ ਮਿਸ਼ਨ ਆ ਉਹਨੂੰ ਛੱਡ ਕੇ ਦੂਜੇ ਪਾਸੇ ਝਾਕਣਾ ਨਹੀਂ ਚਾਹੀਦਾ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਆਪਾਂ ਉਹਨਾਂ ਦਾ ਮਿਸ਼ਨ ਅੱਗੇ ਵਧਾਉਣਾ ਆ। ਤੇ ਜਿਹੜੇ ਦਲ ਬਦਲੂ ਆ ਫਿਰ ਉਹਨਾਂ ਦਾ ਹਾਲ ਤਾਂ ਬਹੁਤ ਬੁਰਾ ਹੁੰਦਾ ਆ, ਤੇ ਨਾ ਘਰਦੇ ਰਹਿੰਦੇ ਆ ਨਾ ਘਾਟਦੇ ਰਹਿੰਦੇ ਆ। ਉਹਦੇ ਉੱਤੇ ਵੀ ਮੇਰੀਆਂ ਚੰਦ ਲਾਈਨਾਂ ਉਹਨਾਂ ਗਦਾਰਾਂ ਦੇ ਉੱਤੇ, ਤੁਸੀਂ ਦਿੰਦੇ ਰਹੇ ਹੋਕਾ, ਤੁਸੀਂ ਦਿੰਦੇ ਰਹੇ ਹੋਕਾ, ਇਨੀ ਸੁਣੀ ਨਾ ਆਵਾਜ਼, ਤੁਸੀਂ ਦਿੰਦੇ ਰਹੇ ਹੋਕਾ, ਇਨੀ ਸੁਣੀ ਨਾ ਆਵਾਜ਼, ਬਾਬਾ ਸਾਹਿਬ ਦਗੇਬਾਜ਼ ਤੇਰਾ ਹੋ ਗਿਆ ਸਮਾਜ, ਬਾਬਾ ਸਾਹਿਬ ਤੇਰਾ ਦਗੇਬਾਜ਼ ਹੋ ਗਿਆ ਸਮਾਜ। ਤੇਰੇ ਬੱਚੇ ਜਿਨ੍ਹਾਂ ਕਰਕੇ ਦਵਾਈ ਖੁਣੋਂ ਮਰੇ, ਇਹ ਦੇਵੀ ਮਾਂ ਦੀ ਲਵਾਉਂਦੇ ਚੌਂਕੀ ਆਪਣੇ ਕਰੇ, ਬੋਧੀ ਜਿਨ੍ਹਾਂ ਨੂੰ ਬਣਾ ਕੇ ਤੁਸੀਂ ਕੀਤਾ ਸੀ ਇਲਾਜ, ਬਾਬਾ ਸਾਹਿਬ ਦਗੇਬਾਜ਼ ਤੇਰਾ ਹੋ ਗਿਆ ਸਮਾਜ। ਜਿੰਨੀ ਗਿਣਤੀ ਇਹਨਾਂ ਦੀ ਉਹ ਤੋਂ ਵੱਧ ਇੱਥੇ ਡੇਰੇ, ਠੀਕ ਆ ਜੀ। ਹੁਣ ਮੜੀਆਂ ਮਸਾਣਾ ਵੱਲ ਵੱਧ ਗਏ ਨੇ ਫੇਰੇ, ਅਸੀਂ ਗਲ ਨਾਲ ਲਾਏ ਮਨੂੰ ਵਾਦੀਏ ਰਿਵਾਜ, ਬਾਬਾ ਸਾਹਿਬ ਦਗੇਬਾਜ਼ ਤੇਰਾ ਹੋ ਗਿਆ ਸਮਾਜ। ਤੇਰੀ ਹਰ ਇੱਕ ਰੀਝ ਇਹਨਾਂ ਕਰਕੇ ਹੈ ਮੋਈ, ਤੇਰੀ ਗੱਲ ਤੇ ਅਮਲ ਇੱਥੇ ਕਰਦਾ ਨਾ ਕੋਈ, ਪਰੇ ਸੁੱਟਤੀ ਸ਼ਰਮ ਕੀਲੀ ਟੰਗ ਦਿੱਤੀ ਲਾਜ, ਬਾਬਾ ਸਾਹਿਬ ਦਗੇਬਾਜ਼ ਤੇਰਾ ਹੋ ਗਿਆ ਸਮਾਜ। ਤੁਸੀਂ ਏਕਤਾ ਦਾ ਸਬਕ ਸੀ ਕੌਮ ਨੂੰ ਪੜ੍ਹਾਇਆ, ਫੜ ਉਂਗਲੀ ਜਿਨ੍ਹਾਂ ਨੂੰ ਤੁਸੀਂ ਚੱਲਣਾ ਸਿਖਾਇਆ, ਅਜੇ ਤਾਂ ਹੀ ਧਰੀ ਜਾਂਦੇ ਸਿਰ ਦੂਜਿਆਂ ਦੇ ਤਾਜ, ਬਾਬਾ ਸਾਹਿਬ ਦਗੇਬਾਜ਼ ਤੇਰਾ ਹੋ ਗਿਆ ਸਮਾਜ। ਸਾਰੇ ਚੌਧਰਾਂ ਦੇ ਭੁੱਖੇ, ਸਾਰੇ ਚੌਧਰਾਂ ਦੇ ਭੁੱਖੇ ਤੁਰਦੇ ਨੇ ਕੱਲੇ ਕੱਲੇ, ਸਾਰੇ ਚੌਧਰਾਂ ਦੇ ਭੁੱਖੇ ਫਿਰਦੇ ਨੇ ਕੱਲੇ ਕੱਲੇ, ਤੋਰੀ ਫੁਲਕਾ ਇਹਨਾਂ ਦਾ ਤੇਰੇ ਨਾਂ ਉੱਤੇ ਚੱਲੇ, ਆਪੋ ਆਪਣਾ ਫਲੋਰੀਆ ਵਜਾਉਣ ਸਾਰੇ ਸਾਜ, ਬਾਬਾ ਸਾਹਿਬ ਦਗੇਬਾਜ਼ ਤੇਰਾ ਹੋ ਗਿਆ ਸਮਾਜ। ਉਹਨਾਂ ਗਦਾਰਾਂ ਦੇ ਉੱਤੇ ਮੇਰੀ ਕਵਿਤਾ ਸੀਗੀ ਜੀ। ਅੱਛਾ ਬਲੋਰੀ ਸਾਹਿਬ, ਜਿਵੇਂ ਹੁਣ ਤੁਸੀਂ ਤੁਹਾਡੀ ਕਵਿਤਾ ਚੋਂ ਹੀ ਗੱਲ ਨਿਕਲ ਕੇ ਆਈ ਆ, ਬਾਬਾ ਸਾਹਿਬ ਤੇਰਾ ਹੋ ਗਿਆ ਦਗੇਬਾਜ਼ ਸਮਾਜ ਜੀ, ਤੇ ਇਹਦੇ ਵਿੱਚ ਤੁਸੀਂ ਗੱਲ ਕੀਤੀ ਆ ਵੀ ਬਕਾਊ ਹੋ ਜਾਂਦੇ ਆ ਲੋਕ, ਜਿਵੇਂ ਲੋਕ ਲੀਡਰਾਂ ਦੇ ਪਿੱਛੇ ਭੱਜ ਜਾਂਦੇ ਆ ਜੀ। ਇਹੋ ਜਿਹਾ ਜਿਹੜਾ ਹੁਣ ਚੋਣ ਚੱਲ ਰਿਹਾ ਇਹਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ, ਕੋਈ ਅਕਾਲੀ ਦਲ ਛੱਡ ਕੇ ਬੀਜੇਪੀ 'ਚ ਜਾ ਰਿਹਾ, ਕੋਈ ਬੀਜੇਪੀ ਛੱਡ ਕੇ ਕਾਂਗਰਸ 'ਚ ਜਾ ਰਿਹਾ, ਕੋਈ ਕਿਹੜੀ ਪਾਰਟੀ ਛੱਡ ਕੇ ਆਪਣੀਆਂ ਉਸ ਪਾਰਟੀਆਂ ਨੂੰ ਨੱਠ ਰਹੇ ਆ। ਇਹ ਕਈ ਜਿਹੜੇ ਆਪਣੇ ਆਪ ਨੂੰ ਧਾਕੜ ਮੰਨਦੇ ਸੀ, ਆਪਣੇ ਆਪ ਨੂੰ ਕਿਤੇ ਨਾ ਕਿਤੇ ਯੋਧੇ ਮੰਨਦੇ ਸੀ, ਕੁਛ ਨਾ ਕੁਛ ਮੰਨਦੇ ਸੀਗੇ। ਕੀ ਲੱਗਦਾ ਇਸ ਵੇਲੇ ਜਿਹੜਾ ਬਾਬਾ ਸਾਹਿਬ ਦਾ ਨਾਮ ਵਰਤਿਆ ਗਿਆ ਉਹ ਸਿਰਫ ਆਪਣੀਆਂ ਰਾਜਨੀਤੀਆਂ ਲਈ ਵਰਤਿਆ ਗਿਆ ਜਾਂ ਆਪਣੇ ਮਿਸ਼ਨ ਲਈ ਵਰਤਿਆ ਗਿਆ? ਉਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਆ? ਕਿਉਂਕਿ ਤੁਸੀਂ ਕਵੀ ਹੈ, ਤੁਸੀਂ ਕੱਲੀ ਕੱਲੀ ਚੀਜ਼ ਨੋਟ ਕਰਕੇ ਫਿਰ ਉਸ ਨੂੰ ਜਿਹੜਾ ਲਿਖਣ ਦਾ ਰੂਪ ਦਿੰਦੇ ਆ, ਤੇ ਤੁਹਾਨੂੰ ਕੀ ਲੱਗਦਾ ਜਿਹੜਾ ਅੱਜ ਚੋਣ ਪ੍ਰਚਾਰ ਦੇ ਵਿੱਚ ਆ ਅਲੱਗ-ਅਲੱਗ ਪਾਰਟੀਆਂ ਨੂੰ ਛੱਡ ਕੇ ਲੋਕ ਆ ਜਿਹੜਾ ਅਲੱਗ-ਅਲੱਗ ਪਾਰਟੀਆਂ ਵੱਲ ਆਪਣਾ ਰੁਝਾਨ ਦੇ ਰਹੇ ਆ ਜੀ, ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਉਹ ਜੀ ਦੇਖੋ, ਜੋ ਰਹਿਬਰਾਂ ਦੇ ਮਿਸ਼ਨ ਨੂੰ ਭੁੱਲ ਚੁੱਕੇ ਲੋਕ ਆ, ਉਹ ਸਿਰਫ ਆਪਣਾ ਤੋਰੀ ਫੁਲਕਾ ਜਿੱਦਾਂ ਮੈਂ ਦੱਸਿਆ ਉਹਦੇ ਉੱਤੇ ਉਹ ਕਮਾਉਣ ਦੇ ਤਾਈਂ ਰੱਖਦੇ ਆ ਯਕੀਨ। ਉਹਨਾਂ ਨੂੰ ਮਿਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਆ, ਤੇ ਉਹ ਤਾਂ ਇੱਕ ਉਹਨਾਂ ਨੂੰ ਗਦਾਰ ਨਹੀਂ, ਉਹ ਬਕਾਊ ਮਾਲ ਹੁੰਦਾ ਸੰਧੀ ਸਾਹਿਬ। ਉਹ ਬਕਾਊ ਮਾਲ, ਉਹਨਾਂ ਨੂੰ ਕੋਈ ਵੀ ਉਹਨਾਂ ਦੀ ਕੀਮਤ ਦੇ ਕੇ ਆਪਣੇ ਵੱਲਾਂ ਆਪਣੇ ਝੋਲੇ 'ਚ ਪਾ ਸਕਦਾ ਜੀ। ਉਹਨਾਂ ਬਕਾਊਆਂ ਦੇ ਉੱਤੇ ਵੀ ਮੇਰੀ ਇੱਕ ਚੰਦ ਲਾਈਨਾਂ ਹੈ ਜੀ। ਕਾਂਸ਼ੀ ਰਾਮ ਜੀ ਦੱਸ ਗਏ ਸਾਨੂੰ ਨਾਲ ਅਣਖ ਦੇ ਜਿਉਣਾ, ਕਾਂਸ਼ੀ ਰਾਮ ਜੀ ਦੱਸ ਗਏ ਸਾਨੂੰ ਨਾਲ ਅਣਖ ਦੇ ਜਿਉਣਾ, ਜਿਹੜੇ ਮਿਸ਼ਨ ਆਪਣਾ ਭੁੱਲ ਗਏ ਉਹ ਬੜਾ ਉਹਨੀ ਪਛਤਾਉਣਾ, ਜੋ ਪੈਸੇ ਤੇ ਚੌਧਰ ਦੇ ਭੁੱਖੇ ਇਨੀ ਗਦਾਰ ਕਹਾਉਣਾ, ਜਿਨ੍ਹਾਂ ਦੀ ਭੱਜ ਕੇ ਕੁੱਛੜ ਚੜ ਗਏ ਉਨੀ ਪੈਰਾਂ ਵਿੱਚ ਬਿਠਾਉਣਾ, ਜੋ ਚੋਰਾਂ ਦੇ ਨਾਲ ਰਲ ਕੇ ਕਹਿੰਦੇ ਅਸੀਂ ਬੇਗਮਪੁਰਾ ਵਸਾਉਣਾ, 5 ਸਾਲਾਂ ਦੇ ਬਾਅਦ ਇਹਨਾਂ ਨੇ ਨਜ਼ਰ ਕਿਤੇ ਨਹੀਂ ਆਉਣਾ, ਨਾ ਘਰ ਦੇ ਨਾ ਰਹਿਣੇ ਘਾਟ ਦੇ ਪਵੇਗਾ ਮੂੰਹ ਛਪਾਉਣਾ, ਉਹ ਧੋਬੀ ਦੇ ਕੁੱਤੇ ਵਰਗਾ ਹੀ ਹਾਲ ਫਲੋਰੀਆ ਹੋਣਾ। ਉਹਨਾਂ ਦਾ ਇਦਾਂ ਦਾ ਹਾਲ ਹੁੰਦਾ ਜੀ ਜਿਹੜੇ ਮਿਸ਼ਨ ਨੂੰ ਭੁੱਲ ਜਾਂਦੇ ਆ। ਬਿਲਕੁਲ, ਜਿਹੜੇ ਆਪਣੇ ਆਪ ਨੂੰ ਭੁੱਲ ਜਾਂਦੇ, ਆਪਣੇ ਰਹਿਬਰਾਂ ਨੂੰ ਭੁੱਲ ਜਾਂਦੇ ਆ। ਬਾਕੀ ਤੁਹਾਡੀ ਗੱਲ ਸਹੀ ਆ, ਜੋ ਆਪਣੇ ਮਾਪੇ ਦੀ ਕਦਰ ਨਹੀਂ ਕਰਦਾ, ਆਪਣੇ ਰਹਿਬਰਾਂ ਦੀ ਕਦਰ ਨਹੀਂ ਕਰਦਾ, ਉਹਦਾ ਹਾਲ ਹੈ ਜਿਹੜਾ ਧੋਬੀ ਦੇ ਕੁੱਤੇ ਵਰਗਾ ਹੀ ਹੋ ਜਾਂਦਾ ਜੀ। ਬਿਲਕੁਲ ਜੀ। ਤੇ ਜੇ ਹੁਣ ਗੱਲ ਕਰੀਏ ਰਵੀ ਸ਼ਰਨ ਜੀ, ਤੁਸੀਂ ਜਿਹੜਾ ਫਲੋਰ ਦੇ ਵਿੱਚ ਜੰਮੇ ਆ, ਫਲੋਰ ਦੇ ਵਿੱਚ ਹੀ ਤੁਸੀਂ ਆਪਣਾ ਜੀਵਨ ਬਤੀਤ ਕਰ ਰਹੇ ਆ, ਤਾਂ ਫਲੋਰ ਆ ਜਿਹੜਾ ਇੱਕ ਇਤਿਹਾਸਕ ਨਗਰੀ ਵੀ ਰਿਹਾ। ਫਲੋਰ ਦੇ ਵਿੱਚ ਬਹੁਤ ਸਾਰੇ ਡੇਰੇ ਵੀ ਆ, ਜਿਨ੍ਹਾਂ ਦੀ ਗੱਲ ਕਰੀਏ ਮਾਂ ਮਈਆ ਭਗਵਾਨ ਜੀ ਦਾ ਡੇਰਾ ਬਹੁਤ, ਇੱਥੇ ਜਿਹੜਾ ਲੋਕ ਦੂਰੋਂ ਦੂਰੋਂ ਸ਼ਰਧਾ ਦੇ ਫੁੱਲ ਆ ਜਿਹੜੇ ਆਪਣੇ ਨਕਮਸਤਕ ਕਰਨ ਆਉਂਦੇ ਆ। ਤੇ ਉਸ ਤੋਂ ਬਾਅਦ ਗੱਲ ਕਰੀਏ ਡੇਰਾ ਬਾਬਾ ਬ੍ਰਹਮਦਾਸ ਜੀ ਚਿਸ਼ਤੀ ਸਾਵਰੀ ਸਰਕਾਰ ਜੀ ਦਾ ਡੇਰਾ। ਇੱਕ ਮੈਂ ਤੁਹਾਡੀ ਰਚਨਾ ਸੁਣੀ ਸੀ ਡੇਰਾ ਬਾਬਾ ਬ੍ਰਹਮਦਾਸ ਜੀ ਦੀ, ਮੈਂ ਉਹ ਵੀ ਚਾਹਾਂਗਾ ਕਿ ਸਾਡੇ ਦਰਸ਼ਕਾਂ ਦੇ ਜਿਹੜੀ ਬਾਬਾ ਬ੍ਰਹਮਦਾਸ। ਹਾਂਜੀ ਸੰਧੀ ਸਾਹਿਬ, ਫਲੋਰ ਸ਼ਹਿਰ ਦੇ ਵਿੱਚ ਮੈਂ ਜੰਮਿਆ ਪਲਿਆ, ਇੱਥੇ ਦਾ ਰਹਿਣ ਵਾਲਾ, ਤਾਂ ਕਿਉਂ ਨਾ ਹੋਵੇ ਬਾਬਾ ਬ੍ਰਹਮਦਾਸ ਜੀ ਸਾਡੇ ਫਲੋਰ ਸ਼ਹਿਰ ਦੀ ਸ਼ਾਨ ਹੈ। ਔਰ ਸਾਨੂੰ ਇਸ ਗੱਲ ਦਾ ਵੀ ਫਕਰ ਹੈ ਕਿ ਉਹਨਾਂ ਨੇ
ਪਰਮ ਪੂਜਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨਾਲ ਮੁਲਾਕਾਤ ਕੀਤੀ ਸੀ। ਬਿਲਕੁਲ ਬਿਲਕੁਲ। ਸੰਤ ਬਾਬਾ ਬ੍ਰਹਮਦਾਸ ਜੀ ਨੇ ਤੇ ਉਹਨਾਂ ਦੇ ਉੱਤੇ ਉਸ ਇੱਦਾਂ ਦੇ ਮਹਾਂਪੁਰਸ਼ਾਂ ਦੇ ਉੱਤੇ ਸਾਨੂੰ ਬਹੁਤ ਮਾਣ ਹੁੰਦਾ ਜਿਹੜੇ ਕੌਮ ਦੀ ਅਗਵਾਈ ਕਰਦੇ ਆ ਤੇ ਕੌਮ ਨੂੰ ਸਹੀ ਰਸਤੇ ਦੇ ਉੱਤੇ ਚੱਲਣ ਲਈ ਪ੍ਰੇਰਿਤ ਕਰਦੇ ਆ। ਤੋ ਸੰਤ ਬਾਬਾ ਬ੍ਰਹਮਦਾਸ ਦੇ ਉੱਤੇ ਵੀ ਮੇਰੀ ਚੰਦ ਲਾਈਨਾਂ ਦੀ ਰਚਨਾ ਜੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ। ਇੱਥੇ ਸੰਤ ਕਹਾਉਣਾ ਔਖਾ ਕੰਮ ਨਹੀਂ, ਇੱਥੇ ਸੰਤ ਕਹਾਉਣਾ ਔਖਾ ਕੰਮ ਨਹੀਂ, ਰਸਤੇ ਸੰਤਾਂ ਦੇ ਚੱਲਣਾ ਹੈ ਬਹੁਤ ਔਖਾ, ਤਿੱਖੀਆਂ ਸੂਲਾਂ ਦੇ ਉੱਤੇ ਪੈਂਦੇ ਪੈਰ ਧਰਨੇ, ਪੰਧ ਹੁੰਦਾ ਨਹੀਂ ਇਹ ਇੰਨਾ ਸੌਖਾ। ਸਾਡੇ ਸ਼ਹਿਰ ਫਲੌਰ ਦੀ ਧਰਤੀ ਉੱਤੇ ਬ੍ਰਹਮਦਾਸ ਜੀ ਸੱਚੀ ਸਰਕਾਰ ਆਈ, ਸਾਡੇ ਸ਼ਹਿਰ ਫਲੌਰ ਦੀ ਧਰਤੀ ਉੱਤੇ ਬ੍ਰਹਮਦਾਸ ਜੀ ਸੱਚੀ ਸਰਕਾਰ ਆਈ, ਭੁੱਲੀ ਭਟਕੀ ਹੋਈ ਮਨੁੱਖਤਾ ਸੀ ਜਿਨੀ ਆਣ ਕੇ ਸੱਚ ਦੇ ਰਾਹ ਪਾਈ। ਬਾਬਾ ਸਾਹਿਬ ਦੇ ਨਾਲ ਮੁਲਾਕਾਤ ਕਰਕੇ ਕਿਹਾ ਕੌਮ ਦੀ ਗੁਲਾਮੀ ਤੁਸੀਂ ਕੱਟ ਦੇਵੋ, ਜਿਹੜੇ ਧਰਮ ਇਨਸਾਨਾਂ ਨੂੰ ਵੰਡਦੇ ਨੇ ਝੂਠ ਇੱਦਾਂ ਦੇ ਜੜ੍ਹਾਂ 'ਚੋਂ ਪੱਟ ਦੇਵੋ। ਫਾਟਕ ਪਾਰ ਬਣਿਆ ਹੈ ਆਲੀਸ਼ਾਨ ਡੇਰਾ, ਫਾਟਕ ਪਾਰ ਬਣਿਆ ਹੈ ਆਲੀਸ਼ਾਨ ਡੇਰਾ, ਰੂੜਾ ਰਾਮ ਜੀ ਸੰਤਾਂ ਦੇ ਸੇਵਾਦਾਰ ਜਿੱਥੇ ਮਿਲੇ ਮੁਫਤ ਦਵਾਈ ਤੇ ਸਕੂਲੀ ਵਿੱਦਿਆ, ਵਿਆਹ ਸ਼ਾਦੀ ਲਈ ਪੈਲਸ ਤਿਆਰ ਜਿੱਥੇ, ਚਿਸ਼ਤੀ ਸਾਬਰੀ ਜੀ ਦਾ ਦਰਬਾਰ ਸੋਹਣਾ, ਚਿਸ਼ਤੀ ਸਾਬਰੀ ਜੀ ਦਾ ਦਰਬਾਰ ਸੋਹਣਾ, ਦਲਿਤ ਕੌਮ ਦੀ ਜਿਹੜਾ ਅਗਵਾਈ ਕਰੇ, ਸੱਚ ਦੇ ਰਾਹੀ ਤੇ ਸੱਚੀ ਹੈ ਨੀਂਹ ਜਿਹਦੀ, ਮਾੜੀ ਸੋਚ ਦੀ ਜਿਹੜਾ ਸਫਾਈ ਕਰੇ। ਸਾਨੂੰ ਮਾਣ ਹੈ ਐਸੇ ਮਹਾਂਪੁਰਸ਼ਾਂ ਉੱਤੇ, ਜੀਵਨ ਦੂਜਿਆਂ ਖਾਤਰ ਜੋ ਨੇ ਵਾਰ ਦਿੰਦੇ, ਚੱਪੂ ਸੱਚ ਦਾ ਲਾ ਕੇ ਰਵੀ ਫਲੋਰੀਆ, ਬੇੜੀ ਡੁੱਬਦੀ ਕੌਮ ਦੀ ਤਾਰ ਦਿੰਦੇ, ਬੇੜੀ ਡੁੱਬਦੀ ਕੌਮ ਦੀ ਤਾਰ ਦਿੰਦੇ। ਸੋ ਇਹ ਮੇਰੀ ਸੰਤਾਂ ਦੇ ਉੱਤੇ ਰਚਨਾ ਸੀ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ ਰਵੀ ਸ਼ਰਨ ਜੀ, ਬਹੁਤ ਵਧੀਆ ਚੀਜ਼ਾਂ ਲਿਖਦੇ ਆ ਤੁਸੀਂ, ਜੋ ਲੋਕਾਂ ਦੇ ਵਿੱਚ ਜਾਵੇ ਤੇ ਲੋਕਾਂ ਨੂੰ ਵੀ ਆ ਜਿਹੜੀ ਸੇਧ ਮਿਲੇ। ਬਹੁਤ ਧੰਨਵਾਦ। ਤੇ ਅਸੀਂ ਇੱਥੇ ਇੱਕ ਚੀਜ਼ ਹੋਰ ਵੀ ਜਾਣਨਾ ਚਾਹੁੰਦੇ ਆ ਰਵੀ ਸ਼ਰਨ ਜੀ, ਜਿੱਦਾਂ ਤੁਸੀਂ ਬਾਬਾ ਬ੍ਰਹਮਦਾਸ ਜੀ ਦਾ ਰਚਨਾ ਲਿਖੀ ਆ, ਬਾਬਾ ਬ੍ਰਹਮਦਾਸ ਜੀ ਦੇ ਇਤਿਹਾਸ ਬਾਰੇ ਸਾਨੂੰ ਜਾਣੂ ਕਰਾਇਆ ਵੀ ਉਹਨਾਂ ਵੱਲੋਂ ਆ ਜਿਹੜਾ ਇੱਕ ਪੈਲਸ ਵੀ ਬਣਾਇਆ ਗਿਆ, ਉੱਥੇ ਜਿਹੜਾ ਬੱਚਿਆਂ ਨੂੰ ਆ ਪੜ੍ਹਾਈ ਵੀ ਦਿੱਤੀ ਜਾਂਦੀ ਆ। ਉਸ ਤੋਂ ਬਾਅਦ ਜੇ ਗੱਲ ਕਰੀਏ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੋ ਅੱਜ ਸਾਡੇ ਰਹਿਬਰ ਨੇ, ਜਿਨ੍ਹਾਂ ਨੂੰ ਆਪਾਂ ਹਰ ਵੇਲੇ ਨਮਨ ਕਰਦੇ ਆ, ਯਾਦ ਕਰਦੇ ਆ, ਉਹਨਾਂ ਦੇ ਸਿਧਾਂਤਾਂ ਤੇ ਤੁਰਨੇ ਦਾ ਆਪਾਂ ਲੋਕਾਂ ਨੂੰ ਵੀ ਸੰਕੇਤ ਦਿੰਦੇ ਆ ਵੀ ਉਹ ਵੀ ਹੈ ਜਿਹੜਾ ਕਿਸੇ ਟਾਈਮ ਫਲੋਰ ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਜਦੋਂ ਫਲੋਰ ਦੀ ਧਰਤੀ ਦੇ ਉੱਤੇ ਆਏ ਸੀ ਤਾਂ ਉਹ ਬਾਬਾ ਬ੍ਰਹਮਦਾਸ ਜੀ ਨੂੰ ਮਿਲੇ ਸੀ, ਉਸ ਦਾ ਵੀ ਤੁਸੀਂ ਜਿਹੜਾ ਇਸ ਦੇ ਵਿੱਚ ਹੈ ਜਿਹੜਾ ਜ਼ਿਕਰ ਕੀਤਾ ਜੀ। ਤੇ ਇੱਕ ਚੀਜ਼ ਮੈਂ ਹੋਰ ਜਾਣਨੀ ਚਾਹੁੰਦਾ, ਜਿਵੇਂ ਕਿ ਫਲੋਰ ਦੇ ਲੋਕਾਂ ਨੂੰ ਇੱਕ ਬਹੁਤ ਰਹਿੰਦਾ ਵੀ ਅਸੀਂ ਫਲੋਰ ਦੇ ਵਿੱਚ ਰਹਿੰਦੇ ਆ, ਫਲੋਰ ਦੇ ਉੱਤੇ ਵੀ ਕੁਝ ਦੋ ਲਾਈਨਾਂ ਤੁਸੀਂ ਲਿਖੀਆਂ ਤਾਂ ਉਹ ਵੀ ਸਾਡੇ ਜਿਹੜੇ ਦਰਸ਼ਕਾਂ ਦੇ ਰੂਬਰੂ ਕੀਤੀਆਂ। ਦੇਖੋ ਜੀ, ਅਸੀਂ ਫਲੋਰ ਦੇ ਵਿੱਚ ਜੰਮੇ ਆ ਤੇ ਆਪਣੀ ਧਰਤੀ ਨਾਲ, ਆਪਣੇ ਜਨਮ ਭੂਮੀ ਨਾਲ ਕਿਸ ਬੰਦੇ ਨੂੰ ਨਹੀਂ ਮੋਹ ਹੋਏਗਾ। ਬਿਲਕੁਲ ਜੀ। ਸੋ ਇੱਕ ਕਵੀ ਹੋਣ ਦੇ ਨਾਤੇ, ਲੇਖਕ ਹੋਣ ਦੇ ਨਾਤੇ, ਛੋਟਾ ਜਿਹਾ ਲੇਖਕ ਹੋਣ ਦੇ ਨਾਤੇ ਮੈਂ ਆਪਣੇ ਸ਼ਹਿਰ ਦੀ ਤਾਰੀਫ ਜ਼ਰੂਰ ਲਿਖੀ ਆ, ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੀ। ਜਿਸ ਦੇ ਕੋਲੋਂ ਲੰਘਦਾ ਸਤਲੁਜ, ਜਿਸ ਦੇ ਕੋਲੋਂ ਲੰਘਦਾ ਸਤਲੁਜ, ਤੁਰੇ ਮਟਕਣੀ ਤੋਰ, ਇਹ ਹੈ ਮੇਰਾ ਸ਼ਹਿਰ ਫਲੌਰ, ਇਹ ਹੈ ਮੇਰਾ ਸ਼ਹਿਰ ਫਲੌਰ। ਹੁਣ ਤਾਈਂ ਜਿਸ ਨੇ ਬੜੇ ਹੰਡਾਏ, ਹੁਣ ਤਾਈਂ ਜਿਸ ਨੇ ਬੜੇ ਹੰਡਾਏ, ਚੰਗੇ ਮੰਦੇ ਦੌਰ, ਇਹ ਹੈ ਮੇਰਾ ਸ਼ਹਿਰ ਫਲੌਰ, ਇਹ ਹੈ ਮੇਰਾ ਸ਼ਹਿਰ ਫਲੌਰ। ਇਹ ਜੰਮੂ ਤੋਂ ਦਿੱਲੀ ਵਾਲੇ ਜੀਟੀ ਰੋਡ ਤੇ ਪੈਂਦਾ, ਇਹ ਜੰਮੂ ਤੋਂ ਦਿੱਲੀ ਵਾਲੇ ਜੀਟੀ ਰੋਡ ਤੇ ਪੈਂਦਾ, ਇਸ ਦਾ ਜ਼ਿਲ੍ਹਾ ਜਲੰਧਰ, ਬੰਨਾ ਲੁਧਿਆਣੇ ਨਾਲ ਖਹਿੰਦਾ। ਇਹ ਹੈ ਗੇਟ ਦੁਆਬੇ ਦਾ ਤੇ ਪੂਰੀ ਇਸ ਦੀ ਟੌਰ, ਇਹ ਹੈ ਮੇਰਾ ਸ਼ਹਿਰ ਫਲੌਰ। ਮਹਾਰਾਜੇ ਰਣਜੀਤ ਸਿੰਘ ਦਾ ਕਿਲਾ ਹੈ ਸਤਲੁਜ ਕੰਢੇ, ਪੁਲਿਸ ਟ੍ਰੇਨਿੰਗ ਸੈਂਟਰ ਇੱਥੇ ਰੰਗਰੂਟਾਂ ਨੂੰ ਚੰਡੇ, ਪੀਸ ਪਗੌੜਾ ਡੇਰਾ ਮਈਆ ਦਾ, ਦੇਖ ਕੇ ਆਵੇ ਲੋਰ, ਇਹ ਹੈ ਮੇਰਾ ਸ਼ਹਿਰ ਫਲੌਰ। ਕਈ ਕਰਦੇ ਸਰਕਾਰੀ ਨੌਕਰੀ, ਕਈ ਕਰਦੇ ਮਜ਼ਦੂਰੀ, ਕੋਈ ਦੁਕਾਨ ਕੋਈ ਰਿਕਸ਼ਾ ਖਿੱਚਦਾ, ਸਭ ਦੀ ਹੈ ਮਜਬੂਰੀ। ਵਸ ਗਏ ਕਈ ਵਿਦੇਸ਼ਾਂ ਵਿੱਚ, ਬਣ ਗਏ ਪਰਦੇਸੀ ਭੌਰ, ਇਹ ਹੈ ਮੇਰਾ ਸ਼ਹਿਰ ਫਲੌਰ। ਸਾਰਾ ਦਿਨ ਹੀ ਰੇਲ ਫਾਟਕ ਤੇ ਲੱਗਾ ਰਹਿੰਦਾ ਮੇਲਾ, ਸਾਰਾ ਦਿਨ ਹੀ ਰੇਲ ਫਾਟਕ ਤੇ ਲੱਗਾ ਰਹਿੰਦਾ ਮੇਲਾ। ਇੱਥੇ ਜੇਕਰ ਪੁਲ ਬਣ ਜਾਵੇ ਫੇਰ ਨਾ ਹੋਣਾ ਕਵੇਲਾ, ਇੱਥੇ ਜੇਕਰ ਪੁਲ ਬਣ ਜਾਵੇ ਫੇਰ ਨਾ ਹੋਵੇ ਕਵੇਲਾ। ਪਰ ਅਫਸੋਸ ਹੈ ਨਹੀਂ ਸਰਕਾਰਾਂ ਕਰਦੀਆਂ ਇਸ ਤੇ ਗੌਰ, ਇਹ ਹੈ ਮੇਰਾ ਸ਼ਹਿਰ ਫਲੌਰ। ਦੋ ਮੰਦਰ ਗੁਰੂ ਰਵੀਦਾਸ ਦੇ ਜਿਨ੍ਹਾਂ ਦੀ ਸ਼ਾਨ ਨਿਰਾਲੀ, ਦੋ ਮੰਦਰ ਗੁਰੂ ਰਵੀਦਾਸ ਦੇ ਜਿਨ੍ਹਾਂ ਦੀ ਸ਼ਾਨ ਨਿਰਾਲੀ। ਜਨਮ ਦਿਹਾੜੇ ਉੱਤੇ ਨਿਕਲੇ ਸ਼ੋਭਾ ਯਾਤਰਾ ਭਾਰੀ, ਜਨਮ ਦਿਹਾੜੇ ਉੱਪਰ ਨਿਕਲੇ ਸ਼ੋਭਾ ਯਾਤਰਾ ਭਾਰੀ। ਗੁਰੂ ਰਵੀਦਾਸ ਦੇ ਗੇਟ ਦੀ ਪੈਂਦੀ
ਸੂਰਜ ਜਈ ਲਿਸ਼ਕੋਰ, ਇਹ ਹੈ ਮੇਰਾ ਸ਼ਹਿਰ ਫਲੌਰ। ਕਈ ਕਰਦੇ ਨੇ ਨਸ਼ੇ ਪੱਤੇ, ਕਈ ਗੱਭਰੂ ਨੇ ਭਲਵਾਨ, ਕਈ ਕਰਦੇ ਨੇ ਨਸ਼ੇ ਪੱਤੇ, ਕਈ ਗੱਭਰੂ ਨੇ ਭਲਵਾਨ। ਹਰ ਘਰ ਇੱਥੇ ਰਾਜਨੀਤੀ ਤੇ ਹਰ ਕੋਈ ਪ੍ਰਧਾਨ, ਹਰ ਘਰ ਇੱਥੇ ਰਾਜਨੀਤੀ ਤੇ ਹਰ ਕੋਈ ਪ੍ਰਧਾਨ। ਬਹੁਤੇ ਲੋਕ ਨੇ ਸਾਧੂਆਂ ਵਰਗੇ, ਕੁਝ ਲੁਟੇਰੇ ਚੋਰ, ਇਹ ਹੈ ਮੇਰਾ ਸ਼ਹਿਰ ਫਲੌਰ। ਲੋਕ ਇੱਥੋਂ ਦੇ ਭੀਮ ਰਾਓ ਦਾ ਕਰਦੇ ਨੇ ਸਤਿਕਾਰ, ਬਾਬਾ ਸਾਹਿਬ ਦੇ ਨਾਂ ਤੇ ਬਣਿਆ ਚੌਂਕ ਸ਼ਹਿਰ ਵਿਚਕਾਰ। ਕੀ ਕਹਿੰਦਾ ਏ ਬੁੱਤ ਉਹਨਾਂ ਦਾ, ਉਹ ਕਰਿਓ ਲੋਕੋ ਗੌਰ, ਇਹ ਹੈ ਮੇਰਾ ਸ਼ਹਿਰ ਫਲੌਰ। ਕੋਈ ਨਹੀਂ ਜਾਤ ਮਜ਼ਹਬ ਦਾ ਝਗੜਾ, ਦੁੱਖ ਸੁੱਖ ਸਭ ਦੇ ਸਾਂਝੇ। ਕੋਈ ਇੰਜੀਨੀਅਰ ਕਈ ਡਾਕਟਰ, ਕਈ ਇੰਜੀਨੀਅਰ ਡਾਕਟਰ ਟੀਚਰ, ਕਈ ਮਜਨੂ ਕਈ ਰਾਂਝੇ। ਕਈ ਇੰਜੀਨੀਅਰ ਡਾਕਟਰ ਟੀਚਰ, ਕਈ ਮਜਨੂ ਕਈ ਰਾਂਝੇ। ਥੋੜ੍ਹੀ ਬਹੁਤੀ ਤਕਰਾਰ ਵੀ ਚੱਲਦੀ ਜਦ ਸ਼ਾਮ ਨੂੰ ਚੱਲਦਾ ਦੌਰ, ਇਹ ਹੈ ਮੇਰਾ ਸ਼ਹਿਰ ਫਲੌਰ। ਅੱਜ ਤਾਈਂ ਸ਼ਹਿਰ ਦੀ ਮੁਸ਼ਕਿਲ ਨਾ ਲੀਡਰਾਂ ਨੂੰ ਨਜ਼ਰੀ ਆਈ, ਸੜਕ ਤੇ ਮਿਲਦੇ ਟੋਏ ਹਸਪਤਾਲ 'ਚ ਨਹੀਂ ਦਵਾਈ, ਸੜਕ ਤੇ ਮਿਲਦੇ ਟੋਏ ਹਸਪਤਾਲ 'ਚ ਨਹੀਂ ਦਵਾਈ। ਜਿਹੜਾ ਵੋਟਾਂ ਤੇ ਜਿੱਤਦਾ ਹੋ ਜਾਏ ਉਹਦੀ ਨਜ਼ਰ ਕਮਜ਼ੋਰ, ਇਹ ਹੈ ਮੇਰਾ ਸ਼ਹਿਰ ਫਲੌਰ। ਆ ਜਾਓ ਰਲ ਕੇ ਨਾਮ ਸ਼ਹਿਰ ਦਾ ਦੁਨੀਆ ਵਿੱਚ ਚਮਕਾਈਏ, ਆ ਜਾਓ ਰਲ ਕੇ ਨਾਮ ਸ਼ਹਿਰ ਦਾ ਦੁਨੀਆ ਵਿੱਚ ਚਮਕਾਈਏ। ਇਸ ਨੂੰ ਤਰੱਕੀ ਵੱਲ ਵਧਾਉਣ ਲਈ ਆਪਣਾ ਹਿੱਸਾ ਪਾਈਏ। ਇਸ ਨਾਲ ਰਵੀ ਫਲੋਰੀਆ ਰਿਸ਼ਤਾ ਜਿਵੇਂ ਪਤੰਗ ਨਾਲ ਡੋਰ, ਇਹ ਹੈ ਮੇਰਾ ਸ਼ਹਿਰ ਫਲੌਰ। ਇਹ ਮੇਰੇ ਸ਼ਹਿਰ ਦੇ ਉੱਤੇ ਰਚਨਾ ਸੀ ਜੀ ਮੇਰੀ। ਬਹੁਤ ਵਧੀਆ ਜੀ। ਜਿੱਦਾਂ ਤੁਸੀਂ ਇਸ ਦੇ ਵਿੱਚ ਜ਼ਿਕਰ ਕੀਤਾ ਵੀ ਕਈ ਬੰਦੇ ਆ ਜਿਹੜੇ ਇਸ ਦੇ ਵਿੱਚ ਆ ਜਿਹੜਾ ਆਪਣੀਆਂ ਆਪਣੀਆਂ ਦੁਕਾਨਾਂ ਵੀ ਚਲਾ ਰਹੇ ਆ ਜੀ, ਆਪਣੇ ਆਪਣੇ ਰਕਸ਼ਾ ਵੀ ਬਾਹ ਰਹੇ ਆ, ਜ਼ਿਕਰ ਕੀਤਾ। ਇੱਕ ਮੈਂ ਤਾਂ ਹੋਰ ਜਾਣਨੀ ਚਾਹੁੰਦਾ, ਜਿੱਦਾਂ ਅੱਜ ਕੱਲ ਰਵੀ ਸ਼ਰਨ ਜੀ, ਜਿਵੇਂ ਤੁਹਾਡਾ ਮੈਂ ਪਹਿਲਾਂ ਵੀ ਗੱਲ ਕੀਤੀ ਆ, ਵੋਟਾਂ ਦਾ ਦੌਰ ਆ, ਕਈ ਸੰਸਥਾਵਾਂ ਇਦਾਂ ਦੀਆਂ ਬਣ ਜਾਂਦੀਆਂ ਜੀ, ਜੋ ਕਿ ਪਹਿਲਾਂ ਤਾਂ ਲੋਕਾਂ ਨੂੰ ਆ ਜਿਹੜਾ ਆਪਣੇ ਮਗਰ ਲੱਗਦੇ ਆ, ਲਵਾਉਂਦੇ ਆ ਵੀ ਅਸੀਂ ਫਲਾਨੀ ਸੰਸਥਾ ਦੇ ਨਾਲ ਜੁੜੇ ਹੋਏ ਆ, ਫਲਾਨੀ ਸੰਸਥਾ ਦੇ ਨਾਲ ਜੁੜੇ ਹੋਏ ਆ, ਤੇ ਲੋਕ ਆ ਜਿਹੜਾ ਉਹਨਾਂ ਦੇ ਨਾਲ ਵੀ ਤੁਰਦੇ ਆ। ਤਾਂ ਵੋਟਾਂ ਦੇ ਟਾਈਮ ਤੇ ਆਉਣ ਤੇ ਉਹ ਸੰਸਥਾਵਾਂ ਜਿਹੜੀਆਂ ਕਿਸੇ ਨਾ ਕਿਸੇ ਦੇ ਉੱਤੇ ਨਿਰਭਰ ਹੋ ਜਾਂਦੀਆਂ ਜੀ, ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਜੀ ਸੰਦੀਪ ਸਾਹਿਬ, ਜਿਹੜੇ ਤੁਸੀਂ ਸੰਸਥਾਵਾਂ ਦੀ ਸੰਗਠਨਾਂ ਦੀ ਗੱਲ ਕੀਤੀ ਆ, ਤੇ ਮੈਨੂੰ ਤਾਂ ਲੱਗਦਾ ਜੀ ਮੇਰੀ ਆਪ ਦੀ ਨਜ਼ਰ ਦੇ ਵਿੱਚ ਆ, ਇਹਨਾਂ ਸੰਗਠਨਾਂ ਦਾ, ਇਹਨਾਂ ਸੰਸਥਾਵਾਂ ਦਾ ਸਮਾਜ ਨੂੰ ਕੋਈ ਅੱਜ ਤੱਕ ਕੋਈ ਲਾਭ ਤਾਂ ਹੋਇਆ ਨਹੀਂ। ਹਾਂ, ਇੰਨਾ ਜ਼ਰੂਰ ਆ, ਇਲੈਕਸ਼ਨ ਦੇ ਟਾਈਮ ਦੇ ਵਿੱਚ ਫਿਰ ਜਿਹੜੀਆਂ ਵੱਡੀਆਂ ਪਾਰਟੀਆਂ ਆ ਉਹ ਇਹਨਾਂ ਦੇ ਉੱਤੇ ਸ਼ਿਕੰਜਾ ਕੱਸਦੀਆਂ, ਆਪਣੇ ਪਾਸੇ ਲੈ ਕੇ ਜਾਂਦੀਆਂ, ਚਲੇ ਵੀ ਜਾਂਦੇ ਬੜੇ ਆਰਾਮ ਦੇ ਨਾਲ। ਇਹਨਾਂ ਸੰਗਠਨਾਂ ਨੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਬਹੁਤ ਪਿੱਛੇ ਸੁੱਟਿਆ, ਕੋਈ ਇੰਨਾ ਫਾਇਦਾ ਨਹੀਂ ਇਹਦੇ ਨਾਲ ਹੋਇਆ, ਸਮਾਜ ਨੂੰ ਕੋਈ ਜਾਗਰਤੀ ਨਹੀਂ ਮਿਲੀ, ਕੋਈ ਰਸਤਾ ਨਹੀਂ ਦੇ ਰਿਹਾ ਇਹ। ਤੇ ਉਹ ਸੰਗਠਨ ਨਹੀਂ ਆ ਮੇਰੀ ਨਜ਼ਰ ਦੇ ਵਿੱਚ ਤਾਂ ਉਹ ਦੁਕਾਨਾਂ ਜੀ। ਉਹਨਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ, ਦੁਕਾਨਦਾਰੀ ਕਰਦੇ ਆ, ਤੇ ਉਹਨਾਂ ਦੁਕਾਨਾਂ ਦੇ ਉੱਤੇ ਮੇਰੀ ਚੰਦ ਲਾਈਨਾਂ ਮੇਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਮੈਂ। ਤੁਸੀਂ ਫਿਕਰ ਕਰੋ ਨਾ ਕੌਮ ਦੀਆਂ, ਤੁਸੀਂ ਫਿਕਰ ਕਰੋ ਨਾ ਕੌਮ ਦੀਆਂ, ਗੁੱਡੀਆਂ ਅਸਮਾਨੀ ਚੜ੍ਹੀਆਂ ਨੇ, ਬਾਬਾ ਸਾਹਿਬ ਤੁਹਾਡੇ ਨਾਮ ਉੱਤੇ ਖੁੱਲ੍ਹ ਗਈਆਂ ਦੁਕਾਨਾਂ ਬੜੀਆਂ ਨੇ, ਬਾਬਾ ਸਾਹਿਬ ਤੁਹਾਡੇ ਨਾਮ ਉੱਤੇ ਖੁੱਲ੍ਹ ਗਈਆਂ ਦੁਕਾਨਾਂ ਬੜੀਆਂ ਨੇ। ਇੱਕ ਦੂਜੇ ਤੋਂ ਵੱਧ ਗਿਣਤੀ ਵਿੱਚ ਸਭ ਆਪਣੇ ਗਾਹਕ ਬਣਾਉਂਦੇ ਨੇ, ਇੱਕ ਦੂਜੇ ਤੋਂ ਵੱਧ ਗਿਣਤੀ ਵਿੱਚ ਸਭ ਆਪਣੇ ਗਾਹਕ ਬਣਾਉਂਦੇ ਨੇ। ਵੋਟਾਂ ਵਿੱਚ ਕਿਸੇ ਧਨਾੜ ਕੋਲੋਂ ਫਿਰ ਆਪਣਾ ਮੁੱਲ ਪਵਾਉਂਦੇ ਨੇ। ਇਹ ਬਣਦੇ ਦਲਿਤ ਹਤੈਸ਼ੀ, ਇਹ ਬਣਦੇ ਦਲਿਤ ਹਤੈਸ਼ੀ, ਜੀਭਾ ਮਨੂਵਾਦ ਨੇ ਫੜੀਆਂ ਨੇ, ਬਾਬਾ ਸਾਹਿਬ ਤੁਹਾਡੇ ਨਾਮ ਉੱਤੇ ਖੁੱਲ੍ਹ ਗਈਆਂ ਦੁਕਾਨਾਂ ਬੜੀਆਂ ਨੇ। ਕੋਈ ਥੋਕ, ਕੋਈ ਪਰਚੂਨ ਰੇਟ ਤੇ ਮਿਸ਼ਨ ਤੇਰੇ ਨੂੰ ਵੇਚ ਰਿਹਾ, ਸਭ ਚੜ੍ਹ ਗਏ ਧੱਕੇ ਚੌਧਰ ਦੇ, ਨਹੀਂ ਯਾਦ ਤੇਰਾ ਸੰਦੇਸ਼ ਰਿਹਾ। ਉਹੀ ਪ੍ਰਧਾਨ ਜੀ ਬਣ ਬਹਿੰਦਾ ਜਿਹਨੇ 4 ਕਿਤਾਬਾਂ ਪੜ੍ਹੀਆਂ ਨੇ, ਬਾਬਾ ਸਾਹਿਬ ਤੁਹਾਡੇ ਨਾਮ ਉੱਤੇ ਖੁੱਲ੍ਹ ਗਈਆਂ ਦੁਕਾਨਾਂ ਬੜੀਆਂ ਨੇ। ਸਭ ਕੱਲੇ ਕੱਲੇ ਹੋ ਕੇ ਆਪੋ ਆਪਣਾ ਢੋਲ ਵਜਾਉਂਦੇ ਨੇ। ਤੁਸੀਂ ਸਬਕ ਦਿੱਤਾ ਸੀ ਏਕਤਾ ਦਾ, ਇਹ ਤਾਂ ਆਪਸ ਵਿੱਚ ਟਕਰਾਉਂਦੇ ਨੇ। ਆਪਣੇ ਹੀ ਤੋਰੀ ਫੁਲਕੇ ਲਈ ਕਰ ਲੈਂਦੇ ਫੌਜਾਂ ਖੜੀਆਂ ਨੇ, ਬਾਬਾ ਸਾਹਿਬ ਤੁਹਾਡੇ ਨਾਮ ਉੱਤੇ ਖੁੱਲ੍ਹ ਗਈਆਂ ਦੁਕਾਨਾਂ ਬੜੀਆਂ ਨੇ। ਜਿਹੜੇ ਮਹਿਮਾ ਤੇਰੀ ਗਾਉਂਦੇ, ਜਿਹੜੇ ਮਹਿਮਾ ਤੇਰੀ ਗਾਉਂਦੇ, ਚੁੰਨੀਆਂ ਲੈਂਦੇ ਬੰਨ ਨਰਾਤਿਆਂ ਨੂੰ, ਤੁਸੀਂ 20-20 ਘੰਟੇ ਜਾਗੇ, ਭੁੱਲ ਗਏ ਤੇਰੇ ਕੱਟੇ ਜਗਰਾਤਿਆਂ ਨੂੰ। ਤੁਸੀਂ ਕਰਜ਼ਦਾਰ ਸੀ ਮਰੇ, ਇੱਥੇ ਕੋਠੀਆਂ ਵਿੱਚ ਕਾਰਾਂ ਖੜੀਆਂ ਨੇ, ਬਾਬਾ ਸਾਹਿਬ ਤੁਹਾਡੇ ਨਾਮ ਉੱਤੇ ਖੁੱਲ੍ਹ ਗਈਆਂ ਦੁਕਾਨਾਂ ਬੜੀਆਂ ਨੇ। ਤੁਸੀਂ ਠੋਕਰ ਮਾਰੀ ਕੁਰਸੀ ਨੂੰ, ਅੱਜ ਕੁਰਸੀ ਖਾਤਰ ਵਿਕਦੇ ਨੇ। ਤੁਸੀਂ ਠੋਕਰ ਮਾਰੀ ਕੁਰਸੀ ਨੂੰ, ਅੱਜ ਕੁਰਸੀ ਖਾਤਰ ਵਿਕਦੇ ਨੇ। ਪੈਸਾ ਤੇ ਸ਼ੋਹਰਤ ਪਾਉਣੇ ਲਈ ਨਾ ਟਿਕਣ ਦਿੰਦੇ ਨਾ ਟਿਕਦੇ ਨੇ।
ਸਾਧਾਂ ਦੀਆਂ ਘੁੱਟਦੇ ਲੱਤਾਂ ਮੁੰਦੀਆਂ ਪਾਉਂਦੇ ਇਹ ਨਗ ਜੜੀਆਂ ਨੇ। ਬਾਬਾ ਸਾਹਿਬ ਤੁਹਾਡੇ ਨਾਮ ਉੱਤੇ ਖੁੱਲ੍ਹ ਗਈਆਂ ਦੁਕਾਨਾਂ ਬੜੀਆਂ ਨੇ। ਤੁਸੀਂ ਜਿਨ੍ਹਾਂ ਲਈ ਸਭ ਕੁਝ ਵਾਰ ਦਿੱਤਾ ਉਹ ਲੋਕ ਬੇਸ਼ੁਕਰੇ ਹੋ ਗਏ ਨੇ। ਤੁਸੀਂ ਜਿਨ੍ਹਾਂ ਲਈ ਸਭ ਕੁਝ ਵਾਰ ਦਿੱਤਾ ਉਹ ਲੋਕ ਬੇਸ਼ੁਕਰੇ ਹੋ ਗਏ ਨੇ। ਤੇਰੇ ਮਿਸ਼ਨ ਦੇ ਪਹਿਰੇਦਾਰਾਂ ਦੇ ਵੱਖੋ ਵੱਖ ਟੁਕੜੇ ਹੋ ਗਏ ਨੇ। ਤੇਰੇ ਮਿਸ਼ਨ ਦੇ ਪਹਿਰੇਦਾਰਾਂ ਦੇ ਵੱਖੋ ਵੱਖ ਟੁਕੜੇ ਹੋ ਗਏ ਨੇ। ਅਜੇ ਰਵੀ ਫਲੋਰੀਏ ਵਰਗੇ ਪੂਜਦੇ ਫਿਰਦੇ ਗੁੱਗੇ ਮੜੀਆਂ ਨੇ। ਬਾਬਾ ਸਾਹਿਬ ਤੁਹਾਡੇ ਨਾਮ ਉੱਤੇ ਖੁੱਲ੍ਹ ਗਈਆਂ ਦੁਕਾਨਾਂ ਬੜੀਆਂ ਨੇ। ਸੋ ਉਹਨਾਂ ਦੁਕਾਨਦਾਰਾਂ ਦੇ ਉੱਤੇ ਮੇਰੀ ਕਵਿਤਾ ਸੀ ਜਿਹੜੇ ਮਿਸ਼ਨ ਦੀ ਕਮਾਈ ਖਾਂਦੇ, ਖੱਟੀ ਖਾਂਦੇ ਜੀ। ਅੱਛਾ ਰਵੀ ਸ਼ਨ ਫਲੋਰੀਆ ਜੀ, ਜਿਵੇਂ ਕਿ ਹੁਣ ਟਾਈਮ ਵੀ ਸਾਨੂੰ ਇਜਾਜ਼ਤ ਨਹੀਂ ਦਿੰਦਾ, ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਿੰਦੇ ਹਾਂ ਜਿੰਨਾ ਕਿ ਇਹਨਾਂ ਦੇ ਕੋਲ ਮੈਟਰ ਪਿਆ, ਜਿੰਨਾ ਕਿ ਇਹਨਾਂ ਨੇ ਲਿਖਿਆ, ਜਿੱਦਾਂ ਦੀਆਂ ਇਹਨਾਂ ਨੇ ਕਿਤਾਬਾਂ ਲਿਖੀਆਂ। ਜੇ ਅਸੀਂ ਗੱਲ ਕਰੀਏ ਇੱਕ ਸ਼ੋਅ ਦੇ ਵਿੱਚ ਤੁਹਾਨੂੰ ਇਹਨਾਂ ਦੀਆਂ ਰਚਨਾਵਾਂ ਸੁਣਾਈਏ, ਉਹ ਜਿਹੜਾ ਨਹੀਂ ਹੋ ਸਕਦਾ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ 1-2 ਦਿਨਾਂ ਦੇ ਵਿੱਚ ਇਹਨਾਂ ਨੂੰ ਫਿਰ ਸੱਦਾਂਗੇ। ਤੁਹਾਡੇ ਰੂਬਰੂ ਆ ਜਿਹੜਾ ਇਹਨਾਂ ਦਾ ਹੋਰ ਜਿਹੜੀਆਂ ਰਚਨਾਵਾਂ ਆਪਣੇ ਸਮਾਜ ਨਾਲ ਜੁੜੀਆਂ, ਆਪਣੇ ਸਮਾਜ ਹਿੱਤ ਲਈ ਆ, ਉਹ ਸੁਣਾਂਗੇ। ਕਿਉਂਕਿ ਇਹਨਾਂ ਦੇ ਕੋਲ ਇਸ ਵੇਲੇ ਰਚਨਾਵਾਂ ਦਾ ਜਿਹੜਾ ਸਮੁੰਦਰ ਭਰਿਆ ਹੋਇਆ ਉਹ ਸਾਨੂੰ ਸਮੇਂ ਇਜਾਜ਼ਤ ਨਹੀਂ ਦਿੰਦਾ। ਤੇ ਹੁਣ ਰਵੀ ਸ਼ਰਨ ਜੀ ਨੂੰ ਕਵਾਂਗੇ ਵੀ ਲਾਸਟ ਦੇ ਵਿੱਚ ਹੈ ਜਿਹੜਾ ਸਾਨੂੰ ਇਹ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ, ਉਹ ਵੀ ਜਿਹੜਾ ਕਵਿਤਾ ਦੇ ਜ਼ਰੀਏ ਹੈ ਜਿਹੜਾ ਸਾਡੇ ਦਰਸ਼ਕਾਂ ਨੂੰ ਮੈਸੇਜ ਜਿਹੜਾ ਦਿੱਤਾ ਜਾਵੇ। ਹਾਂਜੀ ਸੰਧੀ ਸਾਹਿਬ, ਜਿੱਦਾਂ ਲਾਸਟ ਦੇ ਵਿੱਚ ਇਹੀ ਮੈਂ ਕਹਾਂਗਾ, ਜਿੱਦਾਂ ਸਾਡੇ ਮਹਾਂਪੁਰਸ਼ਾਂ ਨੇ ਰਹਿਬਰਾਂ ਨੇ ਸੰਘਰਸ਼ ਕਰਕੇ ਗੌਤਮ ਬੁੱਧ ਤੋਂ ਲੈ ਕੇ ਗੁਰੂ ਰਵਿਦਾਸ, ਸਤਿਗੁਰੂ ਰਵਿਦਾਸ, ਕਬੀਰ, ਬਾਬਾ ਸਾਹਿਬ ਅੰਬੇਡਕਰ ਔਰ ਸਾਹਿਬ ਕਾਂਸ਼ੀ ਰਾਮ ਤੱਕ ਬੜੀ ਲੰਬੀ ਲਾਈਨ ਹੈ ਜੀ ਸਾਡੇ ਮਹਾਂਪੁਰਸ਼ਾਂ ਦੀ। ਇਹਨਾਂ ਨੇ ਆਪਣਾ ਪੂਰਾ ਜੀਵਨ ਸਾਡੀ ਕੌਮ ਲਈ ਲਾ ਦਿੱਤਾ। ਪਰ ਅਫਸੋਸ ਹੈ ਕਿ ਕੌਮ ਇਹਨਾਂ ਦੇ ਦਰਸਾਏ ਮਾਰਗ ਦੇ ਉੱਤੇ ਨਹੀਂ ਚੱਲਦੀ। ਮੇਰੇ ਵਰਗੇ ਨਹੀਂ ਚੱਲਦੇ, ਮੈਂ ਖੁਦ ਨੂੰ ਵੀ ਦੋਸ਼ੀ ਮੰਨਦਾ ਜੀ। ਤੇ ਜ਼ਰੂਰਤ ਹੈ ਇਹਨਾਂ ਦੇ ਭਾਏ ਪੂਰਨਿਆਂ ਤੇ ਚੱਲਣ ਦੀ, ਤਾਂ ਹੀ ਸਮਾਜ ਦਾ ਕੁਝ ਭਲਾ ਹੋ ਸਕਦਾ। ਸੋ ਲਾਸਟ ਦੇ ਵਿੱਚ ਤਾਂ ਮੈਨੂੰ ਕਈ ਵਾਰੀ ਉਹਨਾਂ ਰਹਿਬਰਾਂ ਦੇ ਉੱਤੇ ਗਿਲਾ ਵੀ ਹੁੰਦਾ, ਕਿਉਂਕਿ ਉਹ ਸਾਡੇ ਆਪਣੇ ਆ। ਗਿਲੇ ਗੁੱਸੇ ਵੀ ਅਸੀਂ ਉਹਨਾਂ ਨਾਲ ਹੀ ਹੋ ਸਕਦੇ ਆ। ਗਿਲਾ ਵੀ ਬੰਦਾ ਉਹਨਾਂ ਤੇ ਕਰਦਾ ਜਿਨ੍ਹਾਂ ਤੇ ਮਾਣ ਹੁੰਦਾ ਜਾਂ ਜਿਨ੍ਹਾਂ ਨੂੰ ਆਪਣਾ ਆਈਡਲ ਮੰਨਦਾ। ਜੀ ਮੈਨੂੰ ਉਹਨਾਂ ਤੇ ਗਿਲਾ ਵੀ ਆ ਕਿ ਇਹ ਬਹੁਜਨ ਸਮਾਜ ਦੇ ਰਹਿਬਰੋ, ਇੱਕ ਗਿਲਾ ਤੁਹਾਡੇ ਉੱਤੇ ਆ। ਇਹ ਬਹੁਜਨ ਸਮਾਜ ਦੇ ਰਹਿਬਰੋ, ਇੱਕ ਗਿਲਾ ਤੁਹਾਡੇ ਉੱਤੇ ਆ। ਤੁਸੀਂ ਜਿਨ੍ਹਾਂ ਲਈ ਸਭ ਕੁਝ ਵਾਰ ਦਿੱਤਾ ਉਹ ਤਾਂ ਲੋਕ ਅਜੇ ਤਾਈਂ ਸੁੱਤੇ ਆ। ਤੁਸੀਂ ਗੌਤਮ ਛੱਡ ਕੇ ਰਾਜ ਮਹਿਲ ਜੰਗਲਾਂ ਵੱਲ ਤੁਰ ਪਏ ਇਕੱਲੇ ਕਿਉਂ? ਸਾਨੂੰ ਮੁਕਤ ਦੁੱਖਾਂ ਤੋਂ ਕਰਨੇ ਲਈ ਤੁਸੀਂ ਕਸ਼ਟ ਅਨੇਕਾਂ ਝੱਲੇ ਕਿਉਂ? ਤੇਰੇ 5 ਸ਼ੀਲ ਅਪਣਾਏ ਨਹੀਂ, ਇਨੀ ਖੱਲ ਖੂੰਜੇ ਕਿਤੇ ਸੁੱਟੇ ਆ। ਇਹ ਬਹੁਜਨ ਸਮਾਜ ਦੇ ਰਹਿਬਰੋ, ਇੱਕ ਗਿਲਾ ਤੁਹਾਡੇ ਉੱਤੇ ਆ। ਗੁਰੂ ਰਵਿਦਾਸ ਜੀ ਸਾਡੇ ਲਈ ਤੁਸੀਂ ਕਿਉਂ ਬਗਾਵਤ ਕੀਤੀ ਸੀ? ਗੁਰੂ ਰਵਿਦਾਸ ਜੀ ਸਾਡੇ ਲਈ ਤੁਸੀਂ ਕਿਉਂ ਬਗਾਵਤ ਕੀਤੀ ਸੀ? ਕੋਈ ਉਸ 'ਤੇ ਅਮਲ ਕਮਾਉਂਦਾ ਨਹੀਂ ਜਿੱਦਾਂ ਦੀ ਤੁਹਾਡੀ ਨੀਤੀ ਸੀ। ਤੇਰੇ ਬੇਗਮਪੁਰੇ ਦੇ ਵਾਰਸ ਜਾਣ ਪਹਾੜ ਨੂੰ ਸਾਵਨ ਰੁੱਤੇ ਆ। ਇਹ ਬਹੁਜਨ ਸਮਾਜ ਦੇ ਰਹਿਬਰੋ, ਇੱਕ ਗਿਲਾ ਤੁਹਾਡੇ ਉੱਤੇ ਆ। ਤੁਸੀਂ ਫੂਲੇ ਲਿਖੀ ਗੁਲਾਮਗਿਰੀ, ਪਰ ਲੋਕ ਤਾਂ ਪੜ੍ਹਦੇ ਗੀਤਾ ਨੂੰ। ਤੁਸੀਂ ਫੂਲੇ ਲਿਖੀ ਗੁਲਾਮਗਿਰੀ, ਪਰ ਲੋਕ ਤਾਂ ਪੜ੍ਹਦੇ ਗੀਤਾ ਨੂੰ। ਮਾਂ ਰਮਾ ਸਵਿਤਰੀ ਕਲਸਾ ਨਹੀਂ, ਇਹ ਤਾਂ ਮਾਂ ਕਹਿੰਦੇ ਨੇ ਸੀਤਾ ਨੂੰ। ਪੈਰੀਅਰ ਇਹ ਮੰਦਰਾਂ ਵਿੱਚ ਜਾ ਕੇ ਉੱਥੋਂ ਖਾਣ ਧੱਕੇ ਤੇ ਜੁੱਤੇ ਐ। ਇਹ ਬਹੁਜਨ ਸਮਾਜ ਦੇ ਰਹਿਬਰੋ, ਇੱਕ ਗਿਲਾ ਤੁਹਾਡੇ ਉੱਤੇ ਐ। ਤੁਸੀਂ ਜਿਨ੍ਹਾਂ ਲਈ ਸਭ ਕੁਝ ਵਾਰ ਦਿੱਤਾ ਉਹ ਤਾਂ ਲੋਕ ਅਜੇ ਤਾਈਂ ਸੁੱਤੇ ਆ। ਇੱਕ ਬਾਬਾ ਸਾਹਿਬ ਦਾ ਪੈਰਾ ਜੀ, ਤੁਸੀਂ ਕਿਉਂ ਅਮਰੀਕਾ ਤੋਂ ਆ ਗਏ? ਬਾਬਾ ਸਾਹਿਬ ਉੱਥੇ ਹੀ ਰਹਿ ਲੈਂਦੇ। ਤੁਹਾਡੀ ਪਰਖ ਹੋਈ ਨਾ ਅੰਨਿਆਂ ਨੂੰ, ਕੁਝ ਸੁੱਖ ਜ਼ਿੰਦਗੀ ਦਾ ਲੈ ਲੈਂਦੇ। ਤੁਹਾਡੀ ਪਰਖ ਹੋਈ ਨਾ ਅੰਨਿਆਂ ਨੂੰ, ਕੁਝ ਸੁੱਖ ਜ਼ਿੰਦਗੀ ਦਾ ਲੈ ਲੈਂਦੇ। ਤੁਹਾਡੇ 4 ਬੱਚੇ ਵੀ ਬਚ ਜਾਂਦੇ। ਭੁੱਖੇ ਰਹਿ ਕੇ ਸਾਰੇ ਤੁਸੀਂ ਬੁੱਤੇ ਐ। ਇਹ ਬਹੁਜਨ ਸਮਾਜ ਦੇ ਰਹਿਬਰੋ, ਇੱਕ ਗਿਲਾ ਤੁਹਾਡੇ ਉੱਤੇ ਐ। ਤੁਸੀਂ ਜਿਨ੍ਹਾਂ ਲਈ ਸਭ ਕੁਝ ਵਾਰ ਦਿੱਤਾ ਉਹ ਤਾਂ ਲੋਕ ਅਜੇ ਤਾਈਂ ਸੁੱਤੇ ਆ। ਤੁਸੀਂ ਬੇਕਦਰੇ ਲੋਕਾਂ ਲਈ, ਸਾਡੇ ਲਈ ਅਸੀਂ ਬੇਕਦਰੇ ਲੋਕ ਆ। ਤੁਸੀਂ ਬੇਕਦਰੇ ਲੋਕਾਂ ਲਈ ਕਾਂਸ਼ੀ ਰਾਮ ਨੌਕਰੀ ਛੱਡੀ ਕਿਉਂ? ਕਿਤੇ ਆਪਣਾ ਘਰ ਵਸਾ ਲੈਂਦੇ, ਸੜਕਾਂ ਤੇ ਜ਼ਿੰਦਗੀ ਕੱਢੀ ਕਿਉਂ? ਇੱਥੇ ਲੀਡਰ ਲੜਦੇ ਕੁਰਸੀ ਲਈ ਜਿਵੇਂ ਹੱਡ ਲਈ ਲੜਦੇ ਕੁੱਤੇ ਐ। ਇਹ ਬਹੁਜਨ ਸਮਾਜ ਦੇ ਰਹਿਬਰੋ, ਇੱਕ ਗਿਲਾ ਤੁਹਾਡੇ ਉੱਤੇ ਐ। ਇਨੀ ਬਿਰਸੇ ਸ਼ਾਹੂ ਗੁਰੂ ਕਬੀਰ ਦੀ ਗੱਲ ਤੇ ਅਮਲ ਕਮਾਉਣਾ ਨਹੀਂ। ਜਿੱਥੇ ਸਾਰੇ ਇੱਕ ਸਮਾਨ ਵਸਣ ਉਹ ਬੇਗਮਪੁਰਾ ਵਸਾਉਣਾ ਨਹੀਂ।
ਇਨੀ ਹਰ ਰਹਿਬਰ ਦੇ ਰਾਹ ਵਿੱਚ ਅਸੀਂ ਹਰ ਰਹਿਬਰ ਦੇ ਰਾਹ ਵਿੱਚ ਰਵੀ ਫਲੋਰੀਆ ਟੋਏ ਪੁੱਟੇ ਆ। ਇਹ ਬਹੁਜਨ ਸਮਾਜ ਦੇ ਰਹਿਬਰੋ ਇੱਕ ਗਿਲਾ ਤੁਹਾਡੇ ਉੱਤੇ ਆ। ਸੋ ਲਾਸਟ ਵਿੱਚ ਤਾਂ ਜੀ ਮੇਰੀ ਇਹੀ ਕਹਿਣਾ ਆ ਆਪਣੀ ਕੌਮ ਦੇ ਲੋਕਾਂ ਨੂੰ, ਆਪਣੇ ਭਰਾਵਾਂ ਵੀਰਾਂ ਨੂੰ, ਕਿ ਜਿਨ੍ਹਾਂ ਰਹਿਬਰਾਂ ਨੇ ਸਾਡੇ ਵਾਸਤੇ ਜੋ ਕੁਝ ਕੀਤਾ ਆ, ਆਓ ਆਪਾਂ ਵੀ ਉਹਨਾਂ ਦਾ ਕੁਝ ਕਰਜ਼ ਮੋੜਨ ਦੀ ਕੋਸ਼ਿਸ਼ ਕਰੀਏ ਜੀ। ਬਿਲਕੁਲ। ਇਹ ਸਨ ਸਾਡੇ ਨਾਲ ਰਵੀ ਸ਼ਰਨ ਫਲੋਰੀਆ ਜੀ, ਜਿਨ੍ਹਾਂ ਨੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਜਿਹੜੀਆਂ ਤੁਹਾਡੇ ਤੱਕ ਰੂਬਰੂ ਕੀਤੀਆਂ, ਤਾਂ ਉਹਨਾਂ ਦੇ ਵਿੱਚ ਹੀ ਇੱਕ ਮੈਸੇਜ ਵੀ ਦਿੱਤਾ ਆਪਣੀ ਕੌਮ ਨੂੰ ਵੀ ਜੋ ਅੱਜ ਦਾ ਟਾਈਮ ਚੱਲ ਰਿਹਾ, ਜੋ ਅੱਜ ਦਾ ਦੌਰ ਚੱਲ ਰਿਹਾ, ਆਪਣਾ ਦਿਮਾਗ ਹੈ ਜਿਹੜਾ, ਅਸੀਂ ਵੀ ਉਸ ਦੇ ਵਿੱਚ ਕਵਾਂਗੇ ਆਪਣੇ ਦਿਮਾਗ, ਜਾਣੀ ਕਿ ਮਤਦਾਨ ਜਿਹੜਾ ਕਿਹਾ ਜਾਂਦਾ ਹੈ, ਮਤ ਦਾ ਮਤਲਬ ਹੁੰਦਾ ਦਿਮਾਗ, ਸੋਚ, ਆਪਣੀ ਸੋਚ ਸਮਝ ਦੇ ਨਾਲ ਆ ਜਿਹੜਾ ਇਸ ਵਾਰ ਮਤਦਾਨ ਕਰਿਓ, ਤਾਂ ਜੋ ਆਪਾਂ ਵਧੀਆ ਸਰਕਾਰਾਂ ਚੁਣ ਸਕੀਏ ਤਾਂ ਆਪਣਾ ਜਿਹੜਾ ਭਲਾ ਹੋ ਸਕੇ। ਇਹਨਾਂ ਨੇ ਗੱਲਾਂ ਦੇ ਵਿੱਚੋਂ ਸਾਨੂੰ ਜਿਹੜੇ ਆ ਤੱਤ ਕੱਢ ਕੇ ਦਿੱਤੇ ਆ ਤੇ ਉਹ ਤੁਹਾਡੇ ਰੂਬਰੂ ਵੀ ਕੀਤੇ ਆ। ਅਗਲੀ ਵਾਰ ਫਿਰ ਜਲਦੀ ਰਵੀ ਸ਼ਰਨ ਫਲੋਰੀਆ ਜੀ ਨੂੰ ਫਲੋਰ ਲਾਈਵ ਦੇ ਸਟੂਡੀਓ ਦੇ ਵਿੱਚ ਸੱਦ ਕੇ ਇਹਨਾਂ ਦੀਆਂ ਫਿਰ ਰਚਨਾਵਾਂ ਜਿਹੜੀਆਂ ਤੁਹਾਡੇ ਰੂਬਰੂ ਕਰਾਂਗੇ। ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।